हाँ जी बच्चों, जमात 8वीं अज असी आपां 5वां पाठ जो कि पढ़ांगे काबली वाला। मेरी 5 कुछ साल की छोटी बेटी मिन्नी पल पर भी चुप नहीं बैठ सकती। एक दिन सवेरे सवेरे कहन लगी, बाबू जी राम दयाल दरबार ने ना वो काग नूं कां कहंदा है, ओनू कुछ पता ही नहीं बाबू जी। मेरे कुछ कहण तो पहला ही वह दूजी गल छेड़ दिंदी। वेखे बाबू जी भोला कहंदा है आसमान विच हाथी सुंड नाल पानी सुटदा है, इस करके मींह पैंदा है। बाबू जी भोला झूठ बोलदा है ना। इन्ना कह के वो ना खेडन लग पई। मेरा घर सड़क दे कंढे ते है। एक दिन मिनी मेरे कमरे 'च खेड रही सी। अचानक ही खेड छड्ड के खिड़की वाल दौड़ गई अते बड़े जोर नाल चीकण लगी, काबली वाले ओ काबली वाले। मोढे ते मेविਆਂ ਦੀ बोरी लटकाई, हथ विच अंगूरां ਦੀ टोकरी फड़ी। एक ਉੱਚਾ लम्मा काबली वाला धीमी चाल विच सड़क ते जा रहा सी। जिवें ही वो साडे घर वल मुड़िया, मिन्नी डर के अंदर भज गई। ਉਹ डर गई कि किधरे ਉਹ ਉਸਨੂੰ ਫੜ ਕੇ ना ਲੈ ਜਾਵੇ। ਉਸਦੇ ਮਨ ਵਿੱਚ ਇੱਕ ਗੱਲ ਘਰ ਕਰ ਗਈ ਸੀ कि ਕਾਬਲੀ ਵਾਲੀ ਦੇ बोरी खोलन ते ਵਿੱਚੋਂ 2-4 ਬੱਚੇ ਨਿਕਲ ਸਕਦੇ ਹਨ। ਕਾਬਲੀ ਵਾਲੀ ਨੇ ਮੁਸਕਰਾ ਕੇ ਮੈਨੂੰ ਸਲਾਮ ਕੀਤੀ। ਮੈਂ ਉਸ ਤੋਂ ਕੁਝ ਸੌਦਾ ਖਰੀਦਿਆ। ਫਿਰ ਉਹ ਪੁੱਛਣ ਲੱਗਾ, ਬਾਬੂ ਸਾਹਿਬ ਤੁਹਾਡੀ ਬੱਚੀ ਕਿੱਥੇ ਹੈ? ਮੈਂ ਮਿੰਨੀ ਦਾ ਡਰ ਕੱਢਣ ਖਾਤਰ ਮਿੰਨੀ ਨੂੰ ਆਵਾਜ਼ ਦੇ ਕੇ ਬੁਲਾਇਆ। ਕਾਬਲੀ ਵਾਲਾ ਬੋਰੀ ਵਿੱਚੋਂ ਬਦਾਮ ਕਿਸ਼ਮਿਸ਼ ਕੱਢ ਕੇ ਮਿੰਨੀ ਨੂੰ ਦੇਣ ਲੱਗਾ, ਪਰ ਮਿੰਨੀ ਨੇ ਕੁਝ ਵੀ ਨਹੀਂ ਲਿਆ। ਡਰ ਨਾਲ ਉਹ ਮੇਰੀਆਂ ਲੱਤਾਂ ਨਾਲ ਚਿੰਬੜ ਗਈ। ਕਾਬਲੀ ਵਾਲੇ ਨਾਲ ਮਿੰਨੀ ਦੀ ਪਹਿਲੀ ਜਾਣ ਪਛਾਣ ਇਸ ਤਰ੍ਹਾਂ ਹੋਈ। ਕੁਝ ਦਿਨ ਬਾਅਦ ਮੈਂ ਕਿਸੇ ਜ਼ਰੂਰੀ ਕੰਮ ਕਰਕੇ ਬਾਹਰ ਜਾ ਰਿਹਾ ਸੀ ਕੀ ਦੇਖਦਾ ਹਾਂ ਕਿ ਮਿੰਨੀ ਕਾਬਲੀ ਵਾਲੇ ਨਾਲ ਪਟਾਕ ਗੱਲਾਂ ਮਾਰ ਰਹੀ ਹੈ ਅਤੇ ਕਾਬਲੀ ਵਾਲਾ ਮੁਸਕਰਾਉਂਦਾ ਹੋਇਆ ਸੁਣ ਰਿਹਾ ਹੈ। ਮਿੰਨੀ ਦੀ ਝੋਲੀ ਬਦਾਮਾਂ ਅਤੇ ਕਿਸ਼ਮਿਸ਼ ਨਾਲ ਭਰੀ ਹੋਈ ਸੀ। ਮੈਂ ਕਾਬਲੀ ਵਾਲੇ ਨੂੰ ਇੱਕ ਠਿਆਨੀ ਦਿੰਦੇ ਹੋਏ ਕਿਹਾ, ਇਸ ਨੂੰ ਇਹ ਸਭ ਕੁਝ ਕਿਉਂ ਦਿੱਤਾ? ਅੱਗੇ ਤੋਂ ਨਾ ਦੇਣਾ। ਇਹਨਾਂ ਕਹਿ ਕੇ ਮੈਂ ਚਲਾ ਗਿਆ। ਕੁਝ ਦੇਰ ਤੱਕ ਕਾਬਲੀ ਵਾਲਾ ਮਿੰਨੀ ਨਾਲ ਗੱਲਾਂ ਕਰਦਾ ਰਿਹਾ। ਜਾਂਦਿਆਂ ਹੋਇਆਂ ਉਹ ਅਠਿਆਨੀ ਉਹ ਮਿੰਨੀ ਦੀ ਝੋਲੀ ਵਿੱਚ ਸੁੱਟ ਗਿਆ। ਜਦੋਂ ਮੈਂ ਘਰ ਵਾਪਸ ਆਇਆ ਤਾਂ ਦੇਖਿਆ ਮਿੰਨੀ ਦੀ ਮਾਂ ਉਸ ਨੂੰ ਕਾਬਲੀ ਵਾਲੇ ਤੋਂ ਅਠਿਆਨੀ ਲੈਣ ਕਰਕੇ ਡਾਂਟ ਰਹੀ ਸੀ। ਹਰ ਰੋਜ਼ ਆਉਂਦਾ ਰਿਹਾ। ਉਸਨੇ ਕਿਸ਼ਮਿਸ਼ ਬਦਾਮ ਦੇ ਕੇ ਮਿੰਨੀ ਦੇ ਛੋਟੇ ਜਿਹੇ ਦਿਲ 'ਤੇ ਕਬਜ਼ਾ ਕਰ ਲਿਆ ਸੀ। ਦੋਵੇਂ ਦੇਰ ਤੱਕ ਗੱਲਾਂ ਕਰਦੇ ਅਤੇ ਜ਼ੋਰ ਦੀ ਹੱਸਦੇ। ਰਹਿਮਤ ਕਾਬਲੀ ਵਾਲੇ ਨੂੰ ਦੇਖਦਿਆਂ ਹੀ ਮੇਰੀ ਬੱਚੀ ਹੱਸਦੀ। ਉਸ ਕੋਲ ਨਾ ਤਾਂ ਬੋਰੀ ਅਤੇ ਨਾ ਹੀ ਚਿਹਰੇ ਉੱਤੇ ਪਹਿਲਾਂ ਵਰਗੀ ਖੁਸ਼ੀ ਸੀ। ਬੜੇ ਹੀ ਗੁਰੂ ਨਾਲ ਦੇਖ ਕੇ ਪਤਾ ਚੱਲਿਆ ਕਿ ਉਹ ਰਹਿਮਤ ਹੈ। ਮੈਂ ਪੁੱਛਿਆ, ਕਿਉਂ ਰਹਿਮਤ, ਕਦੋਂ ਆਏ? ਕੱਲ੍ਹ ਹੀ ਸ਼ਾਮ ਜੇਲ੍ਹ ਤੋਂ ਛੁੱਟਿਆ ਹਾਂ, ਉਸਨੇ ਦੱਸਿਆ। ਮੈਂ ਉਸਨੂੰ ਕਿਹਾ, ਅੱਜ ਮੇਰੇ ਘਰ ਵਿੱਚ ਇੱਕ ਜ਼ਰੂਰੀ ਕੰਮ ਹੈ, ਮੈਂ ਉਸ ਵਿੱਚ ਬਹੁਤ ਰੁੱਝਿਆ ਹੋਇਆ ਹਾਂ। ਅੱਜ ਤੂੰ ਚਲਾ ਜਾ, ਫਿਰ ਕਦੇ ਆਈ। ਉਹ ਉਦਾਸ ਹੋ ਕੇ ਜਾਣ ਲੱਗਿਆ, ਪਰ ਦਰਵਾਜ਼ੇ ਕੋਲ ਰੁਕ ਕੇ ਕੁਝ ਝਿਜਕਦਾ ਹੋਇਆ ਬੋਲਿਆ, ਕੀ ਜਰਾ ਬੱਚੀ ਨੂੰ ਨਹੀਂ ਦੇਖ ਸਕਦਾ? ਸ਼ਾਇਦ ਉਸਨੂੰ ਯਕੀਨ ਸੀ ਕਿ ਮੈਨੇ ਹੁਣ ਵੀ ਪਹਿਲਾਂ ਵਰਗੀ ਨਿੱਕੀ ਜਿਹੀ ਬੱਚੀ ਹੀ ਹੈ। ਉਸ ਪਹਿਲਾਂ ਹੀ ਵਾਂਗ ਕਾਬਲੀ ਵਾਲੇ ਪੁਕਾਰਦੀ ਭੱਜੀ ਆਵੇਗੀ। ਉਹਨਾਂ ਦੋਹਾਂ ਦੇ ਪੁਰਾਣੇ ਹਾਸੇ ਅਤੇ ਗੱਲਬਾਤ ਵਿੱਚ ਕੋਈ ਝਿਜਕ ਰੁਕਾਵਟ ਨਹੀਂ ਆਵੇਗੀ। ਮੈਂ ਉਸਨੂੰ ਕਿਹਾ, ਰਹਿਮਤ ਅੱਜ ਘਰ ਵਿੱਚ ਬਹੁਤ ਕੰਮ ਹੈ, ਅੱਜ ਤੂੰ ਉਸਨੂੰ ਨਾ ਮਿਲ ਸਕੇਂਗਾ। ਉਹ ਕੁਝ ਉਦਾਸ ਹੋ ਗਿਆ ਅਤੇ ਸਲਾਮ ਕਰਕੇ ਦਰਵਾਜ਼ੇ ਵਿੱਚੋਂ ਬਾਹਰ ਨਿਕਲ ਗਿਆ। ਮੈਂ ਸੋਚ ਹੀ ਰਿਹਾ ਸਾਂ ਕਿ ਉਸਨੂੰ ਵਾਪਸ ਬੁਲਾਵਾਂ। ਇੰਨੇ ਨੂੰ ਉਹ ਆਪ ਹੀ ਵਾਪਸ ਮੁੜ ਆਇਆ। ਬੋਲਿਆ, ਇਹ ਥੋੜ੍ਹਾ ਜਿਹਾ ਮੇਵਾ ਬੱਚੀ ਲਈ ਲਿਆਇਆ ਸਾਂ, ਉਸਨੂੰ ਦੇ ਦੇਣਾ। ਮੈਂ ਉਸਨੂੰ ਪੈਸੇ ਦੇਣੇ ਚਾਹੇ, ਪਰ ਉਹਨੇ ਕਿਹਾ, ਮਿਹਰਬਾਨੀ ਬਾਬੂ ਸਾਹਿਬ, ਪੈਸੇ ਰਹਿਣ ਦਿਓ। ਫਿਰ ਥੋੜ੍ਹਾ ਰੁਕ ਕੇ ਬੋਲਿਆ, ਤੁਹਾਡੀ ਬੱਚੀ ਵਰਗੀ ਮੇਰੀ ਵੀ ਇੱਕ ਬੱਚੀ ਹੈ, ਉਸਨੂੰ ਯਾਦ ਕਰਕੇ ਹੀ ਮੈਂ ਤੁਹਾਡੇ ਬੱਚੀ ਲਈ ਥੋੜ੍ਹਾ ਜਿਹਾ ਮੇਵਾ ਲਿਆਇਆ ਕਰਦਾ ਸੀ, ਸੌਦਾ ਵੇਚਣ ਲਈ ਨਹੀਂ ਸੀ ਆਇਆ ਕਰਦਾ। ਉਹਨੇ ਆਪਣੇ ਜੇਬ ਵਿੱਚ ਹੱਥ ਪਾ ਕੇ ਕਾਗਜ਼ ਦਾ ਇੱਕ ਟੁਕੜਾ ਕੱਢਿਆ ਅਤੇ ਮੇਰੇ ਵੱਲ ਵਧਾਇਆ। ਮੈਂ ਕੀ ਵੇਖਦਾ ਕਿ ਕਾਗਜ਼ ਦੇ ਇੱਕ ਨਿੱਕੇ ਜਿਹੇ ਟੁਕੜੇ ਦੇ ਉੱਤੇ 2 ਨਿੱਕੇ ਹੱਥਾਂ ਦੀ ਛਾਪ ਹੈ। ਹੱਥਾਂ 'ਤੇ ਕਾਲਕ ਲਾ ਕੇ ਕਾਗਜ਼ ਉੱਤੇ ਉਹਨਾਂ ਦੇ ਨਿਸ਼ਾਨ ਲਏ ਹੋਏ ਸਨ। ਆਪਣੀ ਬੱਚੀ ਦੀ ਇਸ ਯਾਦ ਨੂੰ ਸੀਨੇ ਨਾਲ ਲਾ ਕੇ ਰਹਿਮਤ ਹਰ ਸਾਲ ਕਲਕੱਤੇ ਦੀਆਂ ਗਲੀਆਂ ਵਿੱਚ ਸੌਦਾ ਵੇਚਣ ਆਉਂਦਾ ਸੀ। ਇਹ ਦੇਖ ਕੇ ਮੇਰੀਆਂ ਅੱਖਾਂ ਪਾਣੀ ਨਾਲ ਭਰ ਗਈਆਂ। ਸਭ ਕੁਝ ਭੁੱਲ ਕੇ ਮੈਂ ਉਸ ਵੇਲੇ ਮਿੰਨੀ ਨੂੰ ਬਾਹਰ ਬੁਲਾਇਆ। ਵਿਆਹ ਵੇਲੇ ਦੀ ਪੂਰੀ ਪੁਸ਼ਾਕ ਪਾਈ ਅਤੇ ਗਹਿਣਿਆਂ ਨਾਲ ਸੱਜੀ ਮਿੰਨੀ ਮੇਰੇ ਕੋਲ ਆ ਕੇ ਖੜ ਗਈ। ਉਸ ਨੂੰ ਦੇਖ ਕੇ ਪਹਿਲਾਂ ਤਾਂ ਰਹਿਮਤ ਕਾਬਲੀ ਵਾਲਾ ਹੱਕਾ ਬੱਕਾ ਰਹਿ ਗਿਆ। ਕਿੰਨਾ ਹੀ ਚਿਰ ਉਸ ਤੋਂ ਪਹਿਲਾਂ ਵਾਂਗ ਕੋਈ ਗੱਲ ਨਾ ਹੋ ਸਕੀ। ਫਿਰ ਥੋੜ੍ਹੇ ਚਿਰ ਬਾਅਦ ਹੱਸ ਕੇ ਬੋਲਿਆ, ਚੱਲੀ ਸੱਸ ਦੇ ਘਰ ਜਾ ਰਹੀ ਹੈ? ਮਿੰਨੀ ਹੁਣ ਸੱਸ ਦਾ ਮਤਲਬ ਸਮਝਦੀ ਸੀ। ਸੰਗ ਨਾਲ ਉਸਦਾ ਚਿਹਰਾ ਨਾਲ ਲਾਲ ਹੋ ਗਿਆ। ਮਿੰਨੀ ਦੇ ਜਾਣ ਬਾਅਦ ਇੱਕ ਹੌਂਕਾ ਭਰ ਕੇ ਰਹਿਮਤ ਪੁੰਜੇ ਹੀ ਬੈਠ ਗਿਆ, ਯਾਨੀ ਕਿ ਥੱਲੇ ਹੀ ਬਹਿ ਗਿਆ। ਸ਼ਾਇਦ ਇਸ ਘੜੀ ਉਹ ਸੋਚ ਰਿਹਾ ਕਿ ਉਸਦੀ ਵੀ ਬੱਚੀ ਇੰਨੇ ਹੀ ਚਿਰ ਵਿੱਚ ਮਿੰਨੀ ਜਿੱਡੀ ਹੋ ਗਈ ਹੋਵੇਗੀ। ਰੱਬ ਜਾਣੇ ਇਹਨਾਂ 8 ਸਾਲਾਂ ਵਿੱਚ ਉਸ 'ਤੇ ਕੀ ਬੀਤੀ ਹੋਵੇਗੀ। ਉਹ ਉਸਦੀ ਯਾਦ ਵਿੱਚ ਗੁੰਮ ਹੋ ਗਿਆ।
ਮੈਂ ਕੁਝ ਰੁਪਏ ਕੱਢ ਕੇ ਉਸ ਦੇ ਹੱਥ ਵਿੱਚ ਰੱਖ ਦਿੱਤੇ ਤੇ ਕਿਹਾ, ਜਾ ਰਹਿਮਤ, ਹੁਣ ਤੂੰ ਵੀ ਆਪਣੀ ਬੱਚੀ ਕੋਲ ਆਪਣੇ ਦੇਸ਼ ਚਲਾ ਜਾ। ਹੁਣ ਆਪਾਂ ਇਹਨਾਂ ਦੇ ਥੋੜ੍ਹੇ ਪ੍ਰਸ਼ਨ ਦੇਖਾਂਗੇ। ਹਾਂਜੀ ਬੱਚਿਓ, ਹੁਣ ਆਪਾਂ ਅੱਗੇ ਜਿਹੜੇ ਇਹਨਾਂ ਦੇ ਪ੍ਰਸ਼ਨ ਉੱਤਰ ਹਨ ਸਹੀ ਨਿਸ਼ਾਨ ਲਗਾਉਣੇ ਹੈ। ਮਿੰਨੀ ਦੀ ਉਮਰ ਕਿੰਨੀ ਹੈ? 7 ਸਾਲ, 9 ਸਾਲ ਜਾਂ 5 ਸਾਲ? ਕਿੰਨੀ ਸੀਗੀ ਉਹਨਾਂ ਦੀ ਉਮਰ? 5 ਸਾਲ। ਰਹਿਮਤ ਨੇ ਮੋਢਿਆਂ ਤੇ ਕੀ ਲਟਕਾਇਆ ਹੋਇਆ ਸੀ? ਅੰਗੂਰਾਂ ਦੀ ਟੋਕਰੀ, ਕੱਪੜੇ, ਮੇਵਿਆਂ ਦੀ ਬੋਰੀ। ਕੀ ਲਟਕਾਇਆ ਸੀ ਉਹਨੇ? ਮੇਵਿਆਂ ਦੀ ਬੋਰੀ। ਕਾਬਲੀ ਵਾਲੇ ਨੂੰ ਆਪਣੇ ਦੇਸ਼ ਜਾਣ ਤੋਂ ਪਹਿਲਾਂ ਘਰ ਘਰ ਕਿਉਂ ਜਾਣਾ ਪੈਂਦਾ ਸੀ? ਪੈਸੇ ਉਗਰਾਉਣ ਲਈ, ਲੋਕਾਂ ਨੂੰ ਮਿਲਣ ਲਈ, ਸੁਗਾਤਾਂ ਦੇਣ ਲਈ। ਕਾਹਦੇ ਵਾਸਤੇ ਜਾਣਾ ਪੈਂਦਾ ਸੀ ਉਹਨੂੰ? ਪੈਸੇ ਉਗਰਾਉਣ ਲਈ, ਯਾਨੀ ਕਿ ਉਹਨੂੰ ਪੈਸੇ ਲੈਣ ਵਾਸਤੇ ਜਾਣਾ ਪੈਂਦਾ ਸੀ। ਲੇਖਕ ਆਪਣੇ ਕਮਰੇ ਵਿੱਚ ਕੀ ਕਰ ਰਿਹਾ ਸੀ? ਸੌਂ ਰਿਹਾ ਸੀ, ਹਿਸਾਬ ਲਿਖ ਰਿਹਾ ਸੀ, ਪੜ੍ਹ ਰਿਹਾ ਸੀ। ਜਦੋਂ ਲੇਖਕ ਜਾਂਦਾ ਤਾਂ ਉਹ ਕੀ ਕਰਦਾ ਪਿਆ ਸੀ? ਉੱਥੇ ਹਿਸਾਬ ਕਰੀ ਜਾ ਰਿਹਾ ਸੀ। ਰਹਿਮਤ ਕਿਸ ਦੀ ਯਾਦ ਵਿੱਚ ਗੁੰਮ ਹੋ ਗਿਆ ਸੀ? ਮਿੰਨੀ ਦੀ ਯਾਦ ਵਿੱਚ, ਪਤਨੀ ਦੀ ਯਾਦ ਵਿੱਚ ਜਾਂ ਆਪਣੀ ਬੱਚੀ ਦੀ ਯਾਦ ਵਿੱਚ? ਕਿਹਦੀ ਯਾਦ ਵਿੱਚ ਗੁੰਮ ਹੋ ਜਾਂਦਾ ਉਹ ਜਦੋਂ ਉਹਨੂੰ ਦੇਖਦਾ ਹੈ? ਤਾਂ ਆਪਣੀ ਬੱਚੀ ਦੀ ਯਾਦ ਵਿੱਚ। ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਕਾਬਲੀ ਵਾਲੇ ਦਾ ਕੀ ਨਾਂ ਸੀ? ਜੋ ਕਾਬਲੀ ਵਾਲਾ ਸੀ ਉਹਦਾ ਕੀ ਨਾਮ ਸੀ? ਰਹਿਮਤ। ਮਿੰਨੀ ਦੇ ਮਨ ਵਿੱਚ ਕਿਹੜੀ ਗੱਲ ਘਰ ਗਈ ਸੀ? ਆਪਾਂ ਜਿਹੜਾ ਕਿ ਪਹਿਲਾਂ ਸ਼ੁਰੂ ਤੋਂ ਪੜ੍ਹਿਆ ਸੀ ਕਿ ਉਸਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਸੀ ਕਿ ਕਾਬਲੀ ਦੇ ਬੋਰੀ ਖੋਲ੍ਹਣ ਤੇ ਵਿੱਚੋਂ 2-4 ਬੱਚੇ ਜ਼ਰੂਰ ਨਿਕਲ ਸਕਦੇ ਹਨ। ਮਿੰਨੀ ਦੀ ਮਾਂ ਉਸਨੂੰ ਕਿਉਂ ਡਾਂਟ ਰਹੀ ਸੀ? ਮਿੰਨੀ ਦੀ ਮਾਂ ਉਸਨੂੰ ਕਿਉਂ ਡਾਂਟ ਰਹੀ ਸੀ? ਉਸਨੇ ਸੋਚਿਆ ਕਿ ਉਹ ਜੋ ਰਹਿਮਤ ਹੈ, ਕਾਬਲੀ ਵਾਲਾ ਹੈ, ਉਸਨੂੰ ਕੀ ਹੈ, ਠੰਨੀ ਦੇ ਕੇ ਗਿਆ ਹੋਵੇਗਾ, ਇਸ ਕਰਕੇ ਉਸਦੀ ਮਾਂ ਉਸਨੂੰ ਕੀ ਹੈ, ਡਾਂਟ ਰਹੀ ਸੀ। ਕਾਗਜ਼ ਦੇ ਟੁਕੜੇ ਤੇ ਕਿਹੋ ਜਿਹੀ ਛਾਪ ਸੀ? ਆਪਾਂ ਹੁਣੇ ਪਿੱਛੇ ਪੜ੍ਹਿਆ ਹੈ ਕਿ ਨਿੱਕੇ ਨਿੱਕੇ 2 ਹੱਥਾਂ ਦੀ ਛਾਪ ਸੀ। ਰਹਿਮਤ ਪੁੰਜੇ ਕਿਉਂ ਬੈਠ ਗਿਆ? ਜਦੋਂ ਉਹ ਲਾਸਟ 'ਚ ਮਿਲਣ ਆਉਂਦਾ ਉਸਨੂੰ ਉਹ ਦੇਖਦਾ ਤਾਂ ਉਸਨੂੰ ਕੀ ਹੈ, ਉਹ ਦੇਖ ਕੇ ਕੀ ਹੈ, ਹੈਰਾਨ ਹੋ ਜਾਂਦਾ। ਇਸ ਕਰਕੇ ਉਹ ਕੀ ਹੈ, ਮਿੰਨੀ ਦੀ ਜਾਨ 'ਤੇ ਉਹ ਰਹਿਮਤ ਜਦੋਂ ਦੇਖਦਾ ਤਾਂ ਉਹ ਕੀ ਹੈ, ਹੱਕਾ ਬੱਕਾ ਹੋ ਰਹਿ ਜਾਂਦਾ ਅਤੇ ਉਹ ਥੱਲੇ ਕੀ ਬੈਠਾ ਰਹਿ ਜਾਂਦਾ ਹੈ ਕਿ ਮੇਰੀ ਵੀ ਜਿਹੜੀ ਕੁੜੀ ਹੈ ਉਹ ਇੰਨੇ ਚਿਰ ਦੀ ਹੋ ਹੀ ਗਈ ਹੋਵੇਗੀ। ਇਸ ਤਰ੍ਹਾਂ ਉਹ ਕੀ ਹੈ, ਉਹਨੂੰ ਵੇਖ ਕੇ ਹੱਕਾ ਬੱਕਾ ਹੋ ਜਾਂਦਾ ਹੈ।